ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਜੋ ਸਾਡੀ ਵਿਚਾਰ ਚਰਚਾ ਚੱਲ ਰਹੀ ਹੈ, ਉਸ ਦੇ ਸੰਬੰਧ ਵਿੱਚ ਅੱਜ ਦੀ ਜੋ ਵੀਡੀਓ ਹੈ ਉਹ ਹੈ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜਿਹੜਾ ਇਤਿਹਾਸ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਦਾ ਲਿਖਿਆ ਗਿਆ ਹੈ, ਉਸ ਦਾ ਆਧਾਰ ਕੀ ਹੈ, ਉਸ 'ਤੇ ਵਿਚਾਰ ਕਰਾਂਗੇ ਕਿ ਕੋਈ ਵੀ ਇਤਿਹਾਸ ਅਸੀਂ ਲਿਖਦੇ ਹਾਂ ਉਸ ਦਾ ਕੋਈ ਨਾ ਕੋਈ ਆਧਾਰ ਹੁੰਦਾ ਹੈ। ਕਿਉਂਕਿ ਕਵੀ ਸੰਤੋਖ ਸਿੰਘ ਜਿਸ ਨੇ ਇਹ ਗ੍ਰੰਥ ਲਿਖਿਆ ਹੈ, ਉਸ ਦਾ ਜੋ ਜੀਵਨ ਕਾਲ ਹੈ, ਇਹ ਜੀਵਨ ਦਾ ਸਫ਼ਰ ਹੈ, ਉਹ ਹੈ ਸੰਨ 1788 ਤੋਂ ਲੈ ਕੇ ਸੰਨ 1845 ਈਸਵੀ ਤੱਕ ਦਾ। ਔਰ ਜਿਹੜਾ ਇਤਿਹਾਸ ਉਹ ਲਿਖ ਰਿਹਾ ਹੈ ਉਹ ਹੈ ਸੰਨ 1540 ਤੋਂ ਲੈ ਕੇ 1716 ਈਸਵੀ ਤੱਕ ਦਾ। ਭਾਵ ਕਵੀ ਸੰਤੋਖ ਸਿੰਘ ਦਾ ਸਮਕਾਲੀ ਇਤਿਹਾਸ ਨਹੀਂ ਹੈ, ਉਸ ਦੇ ਪੈਦਾ ਹੋਣ ਤੋਂ ਪਹਿਲਾਂ ਇਹ ਇਤਿਹਾਸ ਵਾਪਰ ਚੁੱਕਾ ਹੈ। ਫਿਰ ਉਹ ਕਿਹੜਾ ਆਧਾਰ ਹੈ, ਉਹ ਕਿਹੜਾ ਗ੍ਰੰਥ ਹੈ ਜਿਸ ਦੇ ਆਧਾਰ 'ਤੇ ਕਵੀ ਨੇ ਇਹ ਗ੍ਰੰਥ ਲਿਖਿਆ। ਕਵੀ ਦੇ ਆਪਣੇ ਲਿਖੇ ਅਨੁਸਾਰ ਉਸਨੇ ਇਹ ਸਾਰਾ ਇਤਿਹਾਸ ਜੋ ਲਿਖਿਆ ਹੈ ਉਹ ਭਾਈ ਰਾਮ ਕੋਇਰ ਤੋਂ ਸੁਣ ਕੇ ਸਾਰਾ ਇਤਿਹਾਸ ਲਿਖਿਆ ਹੈ। ਰਾਮ ਕੋਇਰ ਜੀ ਕੌਣ ਸਨ, ਉਸ ਦੇ ਬਾਰੇ ਥੋੜ੍ਹਾ ਸਮਝ ਲਈਏ। ਇਸੇ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਰਾਮ ਕੋਇਰ ਜੀ ਬਾਬਾ ਬੁੱਢਾ ਜੀ ਦੇ ਅੰਸ਼ ਵਿੱਚੋਂ ਸਨ ਔਰ ਭਾਈ ਗੁਰਦਿੱਤਾ ਜੀ ਦੇ ਪੁੱਤਰ ਸਨ। ਰਾਮ ਕੋਇਰ ਜੀ ਦਾ ਜਨਮ ਸੰਨ 1672 ਈਸਵੀ ਨੂੰ ਹੋਇਆ ਅਤੇ ਉਹਨਾਂ ਦੀ ਮ੍ਰਿਤੂ ਜੋ ਹੈ 1761 ਈਸਵੀ ਨੂੰ ਹੋਈ। ਭਾਵ ਭਾਈ ਰਾਮ ਕੌਰ ਜੀ ਵੀ ਕਵੀ ਸੰਤੋਖ ਸਿੰਘ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਕੋਈ 17 ਸਾਲ ਉਹ ਇਸ ਸੰਸਾਰ ਤੋਂ ਜੋ ਹੈ ਉਹਨਾਂ ਦੀ ਮ੍ਰਿਤੂ ਹੋ ਚੁੱਕੀ ਸੀ। 61 ਤੋਂ ਲੈ ਕੇ 71 27 ਸਾਲ ਦਾ ਫਰਕ ਹੈ। 27 ਸਾਲ ਪਹਿਲਾਂ ਉਹਨਾਂ ਦੀ ਮੌਤ ਹੋ ਚੁੱਕੀ ਸੀ। ਸਵਾਲ ਪੈਦਾ ਹੁੰਦਾ ਹੈ ਕਿ ਭਾਈ ਰਾਮ ਕੋਇਰ ਜੀ ਤਾਂ ਇਸ ਸੰਸਾਰ ਵਿੱਚ ਨਹੀਂ ਸਨ। ਠੀਕ ਹੈ, ਉਹਨਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਤੋਂ ਜਾਂ ਉਹਨਾਂ ਦੇ ਕਿਸੇ ਖਰੜੇ ਤੋਂ ਉਹਨਾਂ ਨੇ ਇਹ ਜੋ ਹੈ ਇਤਿਹਾਸ ਨੋਟ ਕੀਤਾ ਹੋਏਗਾ, ਲਿਖਿਆ ਹੋਏਗਾ। ਆਓ ਭਾਈ ਰਾਮ ਕੌਰ ਜੀ ਦੇ ਬਾਰੇ ਜੋ ਇਹੀ ਕਵੀ ਉਸ ਦੀ ਸ਼ਖਸੀਅਤ ਬਾਰੇ ਲਿਖਦਾ ਹੈ, ਜ਼ਰਾ ਉਸ ਦੇ ਬਾਰੇ ਆਪਾਂ ਵਿਚਾਰ ਕਰ ਲੈਂਦੇ ਹਾਂ। ਇਹ ਲਿਖਦੇ ਹਨ ਕਿ ਭਾਈ ਰਾਮ ਕੌਰ ਜੀ ਜੋ ਹੈ ਹਾਲੇ 3 ਸਾਲ ਦੀ ਉਮਰ ਸੀ ਜਦੋਂ ਇਹਨਾਂ ਦੇ ਪਿਤਾ ਜੀ ਗੁਰਦਿੱਤਾ ਜੀ ਚੜ੍ਹਾਈ ਕਰ ਗਏ। ਇਹ ਇਤਿਹਾਸਕ ਜੋ ਗੱਲ ਹੈ, ਉਹਨਾਂ ਦਾ ਜੋ ਮੌਤ ਹੈ ਉਹ ਜਦੋਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ ਉਸੇ ਵੇਲੇ ਹੋ ਗਈ ਸੀ 1675 ਈਸਵੀ ਨੂੰ। ਉਸ ਤੋਂ ਬਾਅਦ ਜ਼ਿਆਦਾਤਰ ਅਨੰਦਪੁਰ ਸਾਹਿਬ ਹੀ ਰਹੇ। ਇਹਨਾਂ ਦੇ ਜੀਵਨ ਬਾਰੇ ਅੱਗੇ ਲਿਖਦੇ ਨੇ ਕਿ ਇਹਨਾਂ ਨੇ ਸਿਰ 'ਤੇ ਕੇਸ ਨਹੀਂ ਰੱਖੇ ਹੋਏ ਸਨ। ਭਾਵ ਭਾਈ ਰਾਮ ਕੌਰ ਜੀ ਸਿਰੋਂ ਮੋਨੇ ਸਨ। ਫਿਰ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਕੋ ਸਿੱਖਾਂ ਨੇ ਸ਼ਿਕਾਇਤ ਕੀਤੀ ਜਾਂ ਸਿੱਖਾਂ ਨੇ ਆਪਣਾ ਤੌਖਲਾ ਜ਼ਾਹਰ ਕੀਤਾ ਕਿ ਗੁਰੂ ਜੀ ਤੁਸੀਂ ਸਾਰਿਆਂ ਨੂੰ ਕਹਿੰਦੇ ਹੋ ਕਿ ਕੇਸ ਰੱਖੋ ਔਰ ਤੁਸੀਂ ਅੰਮ੍ਰਿਤ ਛਕਣ ਲਈ ਕਹਿੰਦੇ ਹੋ, ਪਰ ਰਾਮ ਕੌਰ ਜੀ ਨੂੰ ਅਜਿਹਾ ਕਿਉਂ ਨਹੀਂ ਕਹਿੰਦੇ, ਉਹਨਾਂ ਦੇ ਕੇਸ ਨਹੀਂ ਹਨ। ਤਾਂ ਇਹ ਹਾਸੋਹੀਣੀ ਗੱਲ ਜੋ ਇਸ ਕਵੀ ਨੇ ਲਿਖੀ ਹੈ, ਗੁਰੂ ਗੋਬਿੰਦ ਸਿੰਘ ਦੀ ਜ਼ੁਬਾਨੀ ਇੱਕ ਗੱਲ ਲਿਖੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਬਾਕੀ ਸਿੱਖਾਂ ਦੇ ਕੇਸ ਬਾਹਰ ਨੂੰ ਨੇ, ਇਹਨਾਂ ਦੇ ਕੇਸ ਤਾਂ ਬਹੁਤ ਲੰਬੇ ਨੇ ਪਰ ਉਹ ਅੰਦਰ ਨੂੰ ਨੇ, ਪਤਾ ਨਹੀਂ ਕਿੱਥੇ ਨੇ। ਭਾਵ ਐਸੀਆਂ ਹਾਸੋਹੀਣੀਆਂ ਕਹਾਣੀਆਂ ਇਸ ਕਵੀ ਨੇ ਲਿਖੀਆਂ ਹਨ। ਅੱਗੇ ਜਦੋਂ ਇਹਨਾਂ ਦੀ ਵਡਿਆਈ ਕਰਦੇ ਹੋਏ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਰਾਮ ਕੌਰ ਜੀ ਸ਼ਿਕਾਰ ਕਰਨ ਜਾਂਦੇ ਸਨ, ਉਹਨਾਂ ਨੇ ਬਾਜ਼ ਰੱਖੇ ਹੋਏ ਸਨ ਕਿਉਂਕਿ ਉਹਨਾਂ ਨੂੰ ਗੁਰੂ ਦਾ ਇਹ ਵਰ ਪ੍ਰਾਪਤ ਸੀ ਕਿ ਜਦੋਂ ਉਹ ਸ਼ਿਕਾਰ ਕਰਨ ਜਾਣਗੇ ਉਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਨੂੰ ਦਰਸ਼ਨ ਹੋਣਗੇ। ਪਹਿਲੀ ਗੱਲ
कि गुरु गोबिंद सिंह ने 5 ਪਿਆਰਿਆਂ ਦੀ ਜਦੋਂ ਚੋਣ ਕੀਤੀ ਹੈ ਉਦੋਂ ਰਾਮ ਕੌਰ ਜੀ ਮਹਾਨ ਜੋ ਕਿਹਾ ਜਾਂਦਾ ਹੈ ਵੀ ਬਹੁਤ ਮਹਾਨ ਸਨ, ਉਹ ਕਿਤੇ ਰੜਕੇ ਨਹੀਂ। ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਗਿਆ, ਉਹਨਾਂ ਦਾ ਕੋਈ ਯੋਗਦਾਨ ਨਹੀਂ। ਉਸ ਤੋਂ ਉਪਰੰਤ ਜੋ ਚਮਕੌਰ ਸਾਹਿਬ ਦੀ ਜੰਗ ਹੋਈ, ਮੁਕਤਸਰ ਦੀ ਜੰਗ ਹੋਈ, ਪਰ ਰਾਮ ਕੌਰ ਜੀ ਦਾ ਕੋਈ ਯੋਗਦਾਨ ਨਹੀਂ। ਪਤਾ ਨਹੀਂ ਸਿੰਘ ਬੜੇ ਪਹੁੰਚੇ ਹੋਏ ਸਨ, ਪਰ ਮੌਕੇ 'ਤੇ ਸਮੇਂ 'ਤੇ ਇਹ ਸਾਰੇ ਸਿੰਘ ਕਿੱਥੇ ਸਨ, ਕੋਈ ਸਾਨੂੰ ਸਮਝ ਨਹੀਂ ਆਉਂਦੀ। ਖੈਰ, ਜੋ ਇਸ ਕਵੀ ਨੇ ਉਸ ਦੀਆਂ ਵਿਸ਼ੇਸ਼ਤਾਵਾਂ, ਉਸਦੇ ਖਾਸ ਗੁਣ ਲਿਖੇ ਨੇ ਭਾਈ ਰਾਮ ਕੌਰ ਜੀ ਦੇ। ਕਹਿੰਦੇ ਉਹ ਕੰਮ ਕਰ ਕੋਈ ਨਹੀਂ ਕਰਦੇ ਸਨ, ਹਾਲਾਂਕਿ ਉਹਨਾਂ ਨੇ ਇੱਕ ਤੋਂ ਬਾਅਦ ਇੱਕ 4 ਸ਼ਾਦੀਆਂ ਕੀਤੀਆਂ ਸਨ, ਵਿਰਕਤ ਨਹੀਂ ਸਨ, ਪਰ ਕੰਮ ਨਹੀਂ ਕਰਦੇ ਸਨ, ਹਮੇਸ਼ਾ ਪਰਮਾਤਮਾ ਦੀ ਬੰਦਗੀ ਵਿੱਚ ਲੱਗੇ ਰਹਿੰਦੇ ਸਨ। ਜੇਕਰ ਉਹਨਾਂ ਨੂੰ ਕੋਈ ਰੋਟੀ ਦੇ ਜਾਵੇ ਤਾਂ ਉਹ ਰੋਟੀ ਖਾ ਲੈਂਦੇ ਸਨ, ਨਹੀਂ ਤਾਂ ਉਹ ਰੋਟੀ ਦੀ ਪਰਵਾਹ ਨਹੀਂ ਕਰਦੇ ਸਨ। ਇੱਕ ਦਿਨ ਦੀ ਕਹਾਣੀ ਕਵੀ ਜੀ ਲਿਖਦੇ ਹਨ, ਇੱਕ ਕੋਈ ਜ਼ਿਮੀਂਦਾਰ ਇਹਨਾਂ ਦੇ ਘਰ ਬਹੁਤ ਸੁੰਦਰ ਖਾਣੇ ਦਾ ਥਾਲ ਪਰੋਸ ਕੇ ਲੈ ਕੇ ਆਇਆ। ਤਾਂ ਕੀ ਹੋਇਆ, ਕਵੀ ਜੀ ਨੇ ਦੇ ਅਨੁਸਾਰ ਭਾਈ ਰਾਮ ਕੌਰ ਜੀ ਨੇ ਖਾਣਾ ਛਕਿਆ। ਸੋਹਣੇ ਚਾਵਲ ਸਨ, ਖੀਰ ਸੀ, ਮਿੱਠਾ ਸੀ, ਠੰਡਾ ਪਾਣੀ ਪੀਤਾ, ਬਹੁਤ ਆਨੰਦ ਆਇਆ। ਅਤੇ ਰਾਮ ਕੌਰ ਜੀ ਉਸ ਕਿਸਾਨ ਨੂੰ ਪੁੱਛਦੇ ਹਨ, ਕਾਹਦੀ ਖੁਸ਼ੀ ਵਿੱਚ ਇਹ ਭੋਜਨ ਲਿਆਂਦਾ ਹੈ? ਅਤੇ ਅੱਗੋਂ ਕਿਸਾਨ ਕਹਿੰਦਾ, ਸਾਡੇ ਕੋਈ ਮ੍ਰਿਤਕ ਹੋ ਗਿਆ ਸੀ, ਉਹਦਾ ਸੰਬੰਧ ਵਿੱਚ ਅਸੀਂ ਸਾਰੇ ਸਰੀਕੇ ਨੂੰ ਭੋਜਨ ਕੀਤਾ ਸੀ। ਮੈਂ ਕਿਹਾ ਵੀ ਤੁਹਾਨੂੰ ਵੀ ਭੋਜਨ ਪ੍ਰਸ਼ਾਦਾ ਛਕਾ ਦਈਏ। ਅਤੇ ਰਾਮ ਕੌਰ ਜੀ ਇੰਨੇ ਖੁਸ਼ ਹੋਏ, ਇੰਨੇ ਖੁਸ਼ ਹੋਏ, ਕਹਿੰਦੇ ਇਸ ਤਰ੍ਹਾਂ ਹੀ ਹਰ ਰੋਜ਼ ਪਿੰਡ ਵਿੱਚ ਕੋਈ ਮਰਦਾ ਰਹੇ ਤਾਂ ਕਿ ਮੈਨੂੰ ਸੋਹਣਾ ਸਵਾਦੀ ਭੋਜਨ ਖਾਣ ਨੂੰ ਮਿਲੇ। ਬੜੀ ਹੈਰਾਨੀ ਹੋਈ ਪਿੰਡ ਦੇ ਵਿੱਚ। ਕਹਿੰਦੇ ਜੀ ਰਾਮ ਕੌਰ ਜੀ ਜੋ ਮੂੰਹ 'ਚੋਂ ਵਚਨ ਕੱਢ ਦਿੰਦੇ ਸਨ ਉਹ ਸੱਚਾ ਹੁੰਦਾ ਸੀ। ਉਸ ਦਿਨ ਤੋਂ ਬਾਅਦ ਹਰ ਰੋਜ਼ ਪਿੰਡ ਦੇ ਵਿੱਚ ਇੱਕ ਮੌਤ ਹੋ ਜਾਂਦੀ ਸੀ। ਪਿੰਡ ਵਾਲੇ ਹੈਰਾਨ ਪਰੇਸ਼ਾਨ ਹੋ ਗਏ ਕਿ ਸਾਡੇ ਪਿੰਡ ਨੇ ਕੀ ਕਰੋਪੀ ਕੀਤੀ ਹੈ, ਕੀ ਗਲਤੀ ਹੋ ਗਈ ਹੈ, ਸਾਡੇ 'ਤੇ ਰੱਬ ਕਿਉਂ ਨਾਰਾਜ਼ ਹੈ, ਇਸ ਦਾ ਕੋਈ ਪ੍ਰਬੰਧ ਕਰੀਏ, ਉਪਾਅ ਕਰੀਏ। ਜਦੋਂ ਇਹ ਸਾਰੀ ਵਿਚਾਰ ਵਟਾਂਦਰਾ ਚੱਲ ਰਿਹਾ ਸੀ ਤਾਂ ਉਹ ਕਿਸਾਨ ਵੀ ਉੱਥੇ ਹਾਜ਼ਰ ਸੀ। ਉਸ ਕਿਸਾਨ ਨੇ ਕਿਹਾ ਕਿ ਭਾਈ ਮੈਨੂੰ ਪਤਾ ਵੀ ਇਹ ਮੌਤਾਂ ਕਿਉਂ ਹੋ ਰਹੀਆਂ। ਉਸਨੇ ਫਿਰ ਜਦੋਂ ਲੋਕਾਂ ਨੇ ਪੁੱਛਿਆ ਕਿ ਕੀ ਗੱਲ ਹੈ, ਉਸਨੇ ਸਾਰੀ ਕਹਾਣੀ ਸੁਣਾਈ ਕਿ ਰਾਮ ਕੌਰ ਜੀ ਨੂੰ ਮੈਂ ਆਪਣੇ ਕਿਸੇ ਮ੍ਰਿਤਕ ਦੇ ਪ੍ਰੋਗਰਾਮ ਦਾ ਲੰਗਰ ਦੇਣ ਗਿਆ ਸੀ। ਉਹ ਇਤਨੇ ਖੁਸ਼ ਹੋਏ, ਉਹ ਕਹਿੰਦੇ ਕਿ ਹਰ ਰੋਜ਼ ਪਿੰਡ ਦੇ ਵਿੱਚ ਕੋਈ ਮਰਦਾ ਰਹੇ ਤਾਂ ਕਿ ਮੈਨੂੰ ਸੋਹਣਾ ਭੋਜਨ ਖਾਣ ਨੂੰ ਮਿਲੇ। ਪਿੰਡ ਵਾਲਿਆਂ ਨੇ ਸਲਾਹ ਕੀਤੀ ਕਿ ਠੀਕ ਹੈ, ਹੁਣ ਵਧੀਆ ਭੋਜਨ ਤਿਆਰ ਕਰਕੇ ਰਾਮ ਕੌਰ ਜੀ ਨੂੰ ਛਕਾਓ ਅਤੇ ਕਹੋ ਇਹ ਕਿ ਸਾਡੇ ਲੜਕੇ ਦਾ ਵਿਆਹ ਸੀ। ਇਸੇ ਤਰ੍ਹਾਂ ਹੀ ਕੀਤਾ, ਸੋਹਣਾ ਭੋਜਨ ਤਿਆਰ ਕੀਤਾ, ਸਵਾਦੀ ਭੋਜਨ ਤਿਆਰ ਕੀਤਾ ਅਤੇ ਰਾਮ ਕੌਰ ਜੀ ਦੇ ਕੋਲ ਥਾਲ ਪਰੋਸ ਕੇ ਲੈ ਗਿਆ। ਰਾਮ ਕੌਰ ਜੀ ਨੇ ਭੋਜਨ ਛਕਿਆ, ਬਹੁਤ ਆਨੰਦਿਤ ਹੋਇਆ ਔਰ ਭੋਜਨ ਛਕਣ ਤੋਂ ਬਾਅਦ ਪੁੱਛਣ ਲੱਗਾ, ਅੱਜ ਭੋਜਨ ਕਾਹਦੀ ਖੁਸ਼ੀ ਵਿੱਚ ਸੀ? ਭਾਵ ਕੀ ਗੱਲ ਹੈ ਕਿ ਭੋਜਨ ਲੈ ਕੇ ਆਏ ਹੋ? ਪਿੰਡ ਵਾਲਿਆਂ ਨੇ ਦੱਸਿਆ ਕਿ ਸਾਡੇ ਲੜਕੇ ਦੀ ਸ਼ਾਦੀ ਸੀ, ਉਹਦੀ ਖੁਸ਼ੀ ਵਿੱਚ ਅਸੀਂ ਇਹ ਭੋਜਨ ਲੈ ਕੇ ਆਏ ਹਾਂ। ਤਾਂ ਰਾਮ ਕੌਰ ਜੀ ਨੇ ਕਿਹਾ ਹਰ ਰੋਜ਼ ਪਿੰਡ ਵਿੱਚ ਸ਼ਾਦੀ ਹੁੰਦੀ ਰਹੇ ਤਾਂ ਕਿ ਮੈਨੂੰ ਸੋਹਣਾ ਭੋਜਨ ਖਾਣ ਨੂੰ ਮਿਲ ਜਾਏ। ਸੋ ਇਹ ਸੀ ਉਸ ਇਨਸਾਨ ਦੀ ਸੋਚ ਰਾਮ ਕੌਰ ਜੀ ਦੀ, ਜਿਸ ਦੇ ਆਧਾਰ 'ਤੇ ਕਵੀ ਸੰਤੋਖ ਸਿੰਘ ਨੇ ਸਾਰਾ ਸਿੱਖ ਇਤਿਹਾਸ ਲਿਖਿਆ ਹੈ। ਉਸ ਦੀ ਜੋ ਲਿਮਟ ਹੈ, ਇੱਕ ਖਾਣੇ ਦੀ ਥਾਲੀ ਸੀ, ਖਾਣੇ ਦਾ ਥਾਲ ਮਿਲ ਜਾਏ ਉਹ ਜੋ ਮਰਜ਼ੀ ਕਹਿ ਦਿੰਦੇ ਸਨ। ਉਹਨਾਂ ਨੂੰ ਇੰਨੀ ਵੀ ਸੋਚ ਨਹੀਂ ਸੀ ਕਿ ਇਹ ਵਰ ਦੇ ਰਹੇ ਹਨ ਜਾਂ ਸਰਾਫ ਦੇ ਰਹੇ ਹਨ। ਹਾਲਾਂਕਿ ਬਲ ਅਤੇ ਸਰਾਫ ਦੀ ਨਾਂ ਦੀ ਚੀਜ਼ ਸਿੱਖ ਧਰਮ ਵਿੱਚ ਕੋਈ ਨਹੀਂ ਹੈ, ਪਰ ਕਿਉਂਕਿ ਇਸ ਲਿਖਾਰੀ ਨੇ ਸਾਡੇ ਸਿੱਖਾਂ ਦੇ ਦਿਮਾਗ ਵਿੱਚ ਇਹ ਗੱਲ ਪੱਕੀ ਕਰ ਦਿੱਤੀ ਹੈ ਕਿ ਵਰ ਵੀ ਹੁੰਦਾ, ਸਰਾਪ ਵੀ ਹੁੰਦਾ, ਇਸ ਕਰਕੇ ਉਹ ਜੋ ਹੈ ਉਸ ਨੂੰ ਬ੍ਰਹਮ ਗਿਆਨੀ ਕਹਿੰਦੇ ਹਨ। ਰਾਮ ਕੌਰ ਜੀ ਬ੍ਰਹਮ ਗਿਆਨੀ ਸਨ, ਕਮਾਲ ਦੇ ਬ੍ਰਹਮ ਗਿਆਨੀ ਹਨ, ਜਿਨ੍ਹਾਂ ਨੂੰ ਚੰਗੇ ਮਾੜੇ ਦਾ ਕੁਝ ਖਬਰ ਨਹੀਂ ਹੈ, ਪਤਾ ਨਹੀਂ ਹੈ ਕਿ ਉਹ ਲੋਕ ਸਮਾਜ ਦੇ ਵਿੱਚ ਭਲਾ ਕਰ ਰਹੇ ਨੇ ਜਾਂ ਬੁਰਾ ਕਰ ਰਹੇ ਨੇ। ਇੱਥੇ ਬਸ ਨਹੀਂ, ਇੱਕ ਹੋਰ ਖਾਸ ਜੋ ਗੁਣ ਰਾਮ ਕੌਰ ਜੀ ਦਾ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਹਨ, ਉਹ ਬੜਾ ਅਜੀਬੋ ਗਰੀਬ ਹੈ। ਉਹ ਗੁਣ ਹੈ ਕਿ ਰਾਮ ਕੌਰ ਜੀ ਖਾਣਾ ਖਾਂਦੇ ਰਹਿੰਦੇ ਸਨ, ਪਰ ਉਹਨਾਂ ਨੂੰ ਇਹ ਸਮਝ ਨਹੀਂ ਸੀ ਆਉਂਦੀ ਕਿ ਉਹ ਰੱਜ ਗਏ ਹਨ ਜਾਂ ਭੁੱਖੇ ਹਨ।
तो खाना खांदे खांदे वो अपने गड़वई नूं आवाज़ मारते सन, रामे इधर आ के दस मैं रज गया हाँ जां नहीं रजा। फिर रामा उहदियां दे पेट ते हੱਥ फेरदा सी, पेट की गुलाई देखदा सी किन्ना उच्चा हो गया, तो रोज़ की तरह फिर वो देख के दस दिंदा सी कि भई हुण तुसीं रज गए हो, क्योंकि उन्होंने पता सी किड्डा मोटा पेट हो जाए तो वो रज जाते हैं। इस तरह करके जिस इंसान नूं ये नहीं पता मैं रजा जां भुखा, वो रजा भुखा दस्सण लई भी एक बंदा रखिया होया सी, वो साडा इतिहास लिखा रहा सी। इत्थे ही बस नहीं, कवि ने इसकी होर वड्डी उस्तत की है। वो उस्तत ये की है, पता नहीं उस्तत है कि नहीं, कवि तो उस्तत ही लिखदा ना, और ये तो संगतां ने समझना कि जो मैं सुनाया ये उसकी राम कौर जी की उस्तत है जां उसकी नरादरी है, ये फैसला तुसीं आपे कर लेना। वो कहिंदे जी उन्हां दा पेट लम्मा जिहा सी, सारे अंग बड़े मोटे मोटे सन, मतलब बेटवे जै जिद्दां गणेश हुंदा, इस तरह राम कौर जी सन। अगों होर एक उन्हां दी बड़ी खूबी लिखदे आ, एक बारी की है जो लाहौर दा जो सिपाही आए उन्होंने सारे पिंड नूं लुट लिया, राम कौर जी का घर भी लुटिया जा रहा सी। किसी ने जाके सुनेहा दिता, राम कौर जी तुहाडे घर नूं लुटिया जा रहा है। राम कौर जी मस्त है, वो अपने घर नहीं आए। इसनूं भी कवि राम कौर जी की खूबी दसदा, साडे घर नूं अग लगी होवे, साडे घर नूं कोई लुट रहा होवे, सानूं आके कोई दसे, असी परवाह ना करिए। बहुत समझदारी वाली गल, असी क्या इसनूं समझदारी वाली गल मन्नांगे जां साडी नलैकी जां कमज़ोरी जां दिमागी पक्षों साडे कोई फर्क वाली गल मन्नांगे, ये आप अंदाज़ा लगा लेना। फिर खैर लाहौर का जो सूबेदार सी वो इन्हां दा सिख सी, इन्हां दा श्रद्धालु सी। उसनूं पता लगा उसके सिपाहियां ने इन्हां दे पिंड विच लुट मचाई है, राम कौर जी का भी समान चक के लाया है। वो माफ़ी मंगण वास्ते राम कौर जी दे कोल आया। राम कौर जी ने अपनी समाधि विच स्थित सन, वो बंदा काफ़ी देर खड़ा रहा ताकि किते सराफ ना दे देण। जदों इन्हां ने अखां खोलियां तो आके बेनती की कि मेरे सिपाहियां ने बहुत गलती की है, मैं आप जी तो माफ़ी चाहुंदा हाँ, इहदे विच मेरी कोई गलती नहीं है, अपना समान दसो की तुहाडा चोरी होया ते तुहानूं मैं समान लिया के देना। ये काफ़ी देर तक कुछ बोले नहीं, बाद विच कहिंदे ने राम कौर जी कि भाई मेरा तां ना इत्थे बाजां दियां रेशमी डोरां सन, बाजां दे अड्डे सन, होर घर दा कोई समान नहीं दस्सिया। खैर वो सूबेदार ने जो लाहौर दा प्रबंधक सी, उसने इन्हां नूं कहा तुसीं मेरे नाल चलो, अपना समान उत्थों देख के लै आओ। तो कहिंदे है राम कौर जी घोड़ी उत्ते चढ़े तां खूबी की है कि घोड़े की वो घोड़ी जां घोड़े की जो लगाम कढ़ के बाहर रख देंदे सन ते लत्तां एक पासे नूं करके बैठते सन। जिवें अज कोई बंदा ये करे कि बुलेट मोटरसाइकिल लै लै, उहदियां ब्रेकां कढ़ के रख दे ते एक पासे लत्तां करके मोटरसाइकिल चलावे। अंदाज़ा लाओ कि जे इस तरह कोई रीस करेगा ਉਹਦਾ ਕੀ ਹਸ਼ਰ ਹੋਵੇਗਾ। ਭਾਵ ਹਰ ਗੱਲ ਇਸ ਤਰ੍ਹਾਂ ਵਧਾ ਚੜਾ ਕੇ ਲਿਖੀ ਹੈ ਕਿ ਉਹ ਖੂਬੀ ਕਰਕੇ ਲਿਖਦਾ ਹੈ, ਪਰ ਸਮਾਜ ਦੇ ਵਿੱਚ ਇਸ ਨੂੰ ਅਸੀਂ ਕੀ ਸਮਝਾਂਗੇ, ਖੂਬੀ ਹੈ ਜਾਂ ਨਲਾਇਕੀ ਹੈ। ਘੋੜੀ ਬਹੁਤ ਤੇਜ਼ ਚਲਾਉਂਦੇ ਸਨ, ਮੋਟਰਸਾਈਕਲ ਬੰਦਾ ਬਹੁਤ ਤੇਜ਼ ਚਲਾਵੇ, ਬ੍ਰੇਕਾਂ ਕੱਢ ਕੇ ਰੱਖੇ, ਲੱਤਾਂ ਇੱਕ ਪਾਸੇ ਨੂੰ ਕਰ ਲੈ। ਤੋ ਐਸੀਆਂ ਖੂਬੀਆਂ ਰਾਮ ਕੌਰ ਦੀਆਂ ਲਿਖੀਆਂ ਹੋਈਆਂ ਹਨ ਜਿਨ੍ਹਾਂ ਦਾ ਸਾਰੀ ਲਿਮਟ ਹੈ ਇੱਕ ਖਾਣੇ ਦਾ ਥਾਲ, ਭਾਵੇਂ ਕਿਸੇ ਨੂੰ ਮਰਵਾ ਲਓ, ਭਾਵੇਂ ਕਿਸੇ ਦਾ ਵਿਆਹ ਕਰਵਾ ਲਓ, ਤੇ ਰੱਜੇ ਹਾਂ ਕਿ ਭੁੱਖੇ ਹਾਂ ਇਹ ਦੱਸਣ ਲਈ ਇੱਕ ਬੰਦਾ ਨੌਕਰ ਰੱਖੋ, ਤੇ ਘੋੜੇ ਤੇ ਕਿੱਦਾਂ ਚੜ੍ਹਨਾ, ਮੋਟਰਸਾਈਕਲ ਤੇ ਕਿੱਦਾਂ ਚੜ੍ਹਨਾ ਇੱਕ ਪਾਸੇ ਨੂੰ ਲੱਤਾਂ ਕਰਕੇ। ਇਹ ਕੁਛ ਖੂਬੀਆਂ ਰਾਮ ਕੌਰ ਜੀ ਦੀਆਂ ਲਿਖੀਆਂ। ਉਹਨਾਂ ਨੂੰ ਸਿਰਫ ਸਭ ਤੋਂ ਵੱਡੀ ਵਡਿਆਈ ਕਿਸ ਗੱਲ ਦੀ ਦੇ ਰਹੇ ਨੇ ਕਿ ਉਹ ਇੱਕ ਬੜੀ ਉੱਤਮ ਵੰਸ਼ ਵਿੱਚੋਂ ਸਨ, ਭਾਵ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਸਨ। ਜੇ ਵੰਸ਼ ਦੀ ਕੋਈ ਮਹਾਨਤਾ ਹੁੰਦੀ, ਸ਼੍ਰੀ ਚੰਦ ਤਾਂ ਗੁਰੂ ਨਾਨਕ ਦੀ ਵੰਸ਼ ਵਿੱਚੋਂ ਸਨ। ਉਸ ਤੋਂ ਮਹਾਨ ਵੰਸ਼ ਕਿਹੜੀ ਹੋ ਸਕਦੀ ਹੈ? ਭਾਈ ਦਾਤੂ ਤੇ ਗੁਰੂ ਅੰਗਦ ਦੇਵ ਜੀ ਦੀ ਵੰਸ਼ ਵਿੱਚੋਂ ਸਨ। ਬਾਬਾ ਮੋਹਨ ਗੁਰੂ ਅਮਰਦਾਸ ਜੀ ਦੀ ਵੰਸ਼ ਵਿੱਚੋਂ ਸਨ। ਔਰ ਸਭ ਤੋਂ ਵੱਡੀ ਗੱਲ ਜੇ ਵੰਸ਼ ਦੀ ਕਰਨੀ ਹੈ ਤਾਂ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਵੰਸ਼ ਵਿੱਚੋਂ ਸਨ। ਪ੍ਰਿਥੀ ਚੰਦ ਦਾ ਪਿਤਾ ਗੁਰੂ, ਨਾਨਾ ਗੁਰੂ, ਭਰਾ ਗੁਰੂ, ਪੜਪੋਤਾ ਗੁਰੂ, ਦੋ ਪੋਤੇ ਗੁਰੂ, ਕਿੰਨੇ ਕੁ ਗੁਣਾਵਾਂ।
ਉਹਦੀ ਵੰਸ਼ਤਾ ਬਹੁਤ ਵੱਡੀ। ਮਾਤਾ ਭਾਨੀ, ਪ੍ਰਿਥੀ ਚੰਦ ਦੀ ਮਾਤਾ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਬੀਬੀ ਭਾਨੀ ਪ੍ਰਿਥੀ ਚੰਦ ਦੀ ਮਾਂ ਸੀ। ਕਿੱਡੀ ਵੱਡੀ ਵੰਸ਼ ਚਾਹੀਦੀ ਹੈ। ਵੰਸ਼ ਕਰਕੇ ਜਾਂ ਕਿਸੇ ਪਰਿਵਾਰ ਕਰਕੇ ਕਿਸੇ ਦਾ ਵੱਡਾ ਛੋਟਾ ਹੋਣਾ, ਮਹਾਨ ਹੋਣਾ, ਇਹ ਗੁਰਮਤ ਵਿੱਚ ਕਿਤੇ ਕੋਈ ਇਸ ਦਾ ਵਿਧਾਨ ਨਹੀਂ ਹੈ। ਸੋ ਕਵੀ ਸੰਤੋਖ ਸਿੰਘ ਨੇ ਜੋ ਸਾਰਾ ਇਤਿਹਾਸ ਲਿਖਿਆ ਹੈ, ਉਸ ਦਾ ਜੋ ਆਧਾਰ ਹੈ ਉਹ ਇਹ ਬੰਦਾ ਹੈ ਭਾਈ ਰਾਮ ਕੋਇਰ। ਫਿਰ ਵਿੱਚ ਇਹ ਵੀ ਲਿਖ ਦਿੱਤਾ ਅੰਮ੍ਰਿਤ ਛਕ ਕੇ ਉਹਦਾ ਨਾਂ ਗੁਰਬਖਸ਼ ਸਿੰਘ ਬਣਿਆ। ਪਰ ਜਦੋਂ ਤੱਕ ਖਾਲਸਾ ਪੰਥ ਦੀ ਸਾਜਨਾ ਹੋ ਚੁੱਕੀ ਸੀ, ਉਸ ਵੇਲੇ ਤੱਕ ਇਹ ਵੀ ਲਿਖਿਆ ਹਾਲੇ ਰਾਮ ਕੌਰ ਜੀ ਨੇ ਕੇਸ ਨਹੀਂ ਰੱਖੇ ਸਨ, ਉਹ ਮੋਨੇ ਸਨ। ਤੋ ਇਤਨੇ ਮਹਾਨ ਬੰਦਿਆਂ ਨੇ ਸਾਡਾ ਇਤਿਹਾਸ ਲਿਖਵਾਇਆ, ਇਤਨੇ ਮਹਾਨ ਬੰਦੇ ਨੇ ਲਿਖਿਆ ਜਿਹੜਾ ਹਰ ਮੋੜ 'ਤੇ ਹਰ ਜਗ੍ਹਾ ਗੁਰੂ ਸਾਹਿਬਾਨ ਦੀ ਤੋਹੀਨ ਕਰਦਾ ਹੈ। ਸੋ ਅੱਜ ਦੀ ਵੀਡੀਓ ਇੰਨੀ ਹੈ ਕਿ ਅੰਦਾਜ਼ਾ ਲਗਾ ਲਓ ਕਿ ਐਸੇ ਇਤਿਹਾਸ ਲਿਖਣ ਵਾਲੇ, ਐਸੇ ਇਤਿਹਾਸ ਲਿਖਾਉਣ ਵਾਲੇ ਕਿੱਡੇ ਕੁ ਇਮਾਨਦਾਰ ਹੋ ਸਕਦੇ ਨੇ, ਕਿੰਨਾ ਕੁ ਸੋਹਣਾ ਇਤਿਹਾਸ ਸਾਡਾ ਲਿਖਵਾ ਸਕਦੇ ਸਨ। ਅਤੇ ਹੁਣ ਅਸੀਂ ਕਿੰਨੇ ਕੁ ਸਿਆਣੇ ਹਾਂ, ਉਸੇ ਇਤਿਹਾਸ ਨੂੰ ਆਪਣਾ ਸੱਚਾ ਸੁੱਚਾ ਇਤਿਹਾਸ ਮੰਨ ਕੇ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦੇ ਕੇ ਇਸ ਇਤਿਹਾਸ ਦੇ ਅਨੁਸਾਰ ਸਾਰੀਆਂ ਮਰਜ਼ਾਦਾਵਾਂ ਪਾਲ ਰਹੇ ਹਾਂ ਅਤੇ ਸੋਚ ਇਹ ਰਹੇ ਹਾਂ ਕਿ ਅਸੀਂ ਗੁਰੂ ਨਾਨਕ ਦੀ ਸਿੱਖੀ ਜੀ ਰਹੇ ਹਾਂ। ਪਰ ਇਹ ਸਿਰਫ ਖਿਆਲੀ ਪੁਲਾਓ ਨੇ। ਗੁਰੂ ਨਾਨਕ ਦੀ ਸਿੱਖੀ ਅਸੀਂ ਬਹੁਤ ਪਹਿਲਾਂ ਗੁਆ ਦਿੱਤੀ, ਛੱਡ ਦਿੱਤੀ। ਜੇ ਅੱਜ ਉਸ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ ਤਾਂ ਇਹਨਾਂ ਗ੍ਰੰਥਾਂ ਵੱਲੋਂ ਮੁੱਖ ਮੋੜਨਾ ਪਏਗਾ, ਸਾਨੂੰ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਮੁੱਖ ਕਰਨਾ ਪਏਗਾ, ਗੁਰਬਾਣੀ ਅਨੁਸਾਰ ਜੀਵਨ ਢਾਲਣਾ ਪਏਗਾ, ਮਰਜ਼ਾਦਾ ਗੁਰਬਾਣੀ ਅਨੁਸਾਰ ਚਲਾਉਣੀ ਪਏਗੀ। ਤਦ ਜਾ ਕੇ ਅਸੀਂ ਕੁਝ ਪ੍ਰਾਪਤੀ ਕਰ ਸਕਦੇ ਹਾਂ। ਗੁਰੂ ਨਾਨਕ ਦੇ ਕੀਤੇ ਹੋਏ ਪਰਉਪਕਾਰਾਂ ਦਾ ਤਦ ਹੀ ਕੁਝ ਰਿਣ, ਕੁਝ ਕਰਜ਼ਾ ਚੁਕਾ ਸਕਦੇ ਹਾਂ। ਅੱਜ ਦੇ ਵਿਚਾਰ ਇਤਨੋਂ ਕਿ ਜੇ ਇਹ ਨਵੀਂ ਖੋਜ, ਨਵੀਂ ਵਿਚਾਰ ਸੰਗਤਾਂ ਨੂੰ ਚੰਗੀ ਲੱਗੇ ਤਾਂ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ। ਔਰ ਇਹ ਮੇਰਾ ਚੈਨਲ ਜੋ ਹੈ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA, ਇਸ ਨੂੰ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਕੇ ਅੱਗੇ ਸਾਰਿਆਂ ਨੂੰ ਇਹ ਗਿਆਨ ਹੋਰ ਭੇਜੋ, ਵੰਡੋ, ਤਾਂ ਕਿ ਅਸੀਂ ਸਾਰੇ ਰਲ ਮਿਲ ਕੇ ਮੁੜ ਕੇ ਉਸ ਗੁਰੂ ਨਾਨਕ ਦੇ ਵਿਚਾਰਧਾਰਾ ਨੂੰ ਉਜਾਗਰ ਕਰ ਸਕੀਏ, ਉਸ ਨੂੰ ਉਸ ਲਾਈਨ 'ਤੇ, ਉਸ ਮਾਰਗ 'ਤੇ ਅਸੀਂ ਚੱਲ ਸਕੀਏ। ਆਓ ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।